नमस्कार, दूरदर्शन खबरां 'ਚ ਆਪ ਸਭ ਦਾ ਸਵਾਗਤ। मैं जतिंदर सिंह। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਨਮਾਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਕੀਤਾ ਜਾਰੀ। ਕਿਹਾ ਕਿ ਸਾਂਝੀ ਵਾਲਤਾ ਦੇ ਸੁਨੇਹੇ ਤੇ ਚੱਲਦਿਆਂ ਸਰਕਾਰ ਮਨੁੱਖਤਾ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਪੰਜਾਬ ਵਿੱਚ ਅੱਜ 5ਵੇਂ ਦਿਨ ਵੀ ਬਲਾਕ ਪੱਧਰ ਤੇ ਕਈ ਸਿਹਤ ਮੇਲਿਆਂ ਦਾ ਆਯੋਜਨ। ਵਾਤਾਵਰਣ ਬਚਾਉਣ ਅਤੇ ਜ਼ਮੀਨ ਤੇ ਹਰਿਆਲੀ ਵਧਾਉਣ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਮਨਾਇਆ ਗਿਆ ਧਰਤੀ ਦਿਵਸ। ਤੇ ਸੀਮਾ ਸੁਰੱਖਿਆ ਬਲ ਦੇ 506 ਜਵਾਨ ਖੜਕਾਂ ਸਿਖਲਾਈ ਕੇਂਦਰ ਵਿਖੇ ਸਖਤ ਸਿਖਲਾਈ ਮਗਰੋਂ ਹੋਏ ਪਾਸ ਆਊਟ। ਤੇ ਹੁਣ ਖਬਰਾਂ ਵਿਸਥਾਰ ਨਾਲ। ਹਿੰਦ ਦੀ ਚਾਦਰ 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸੰਬੰਧੀ ਬੀਤੀ ਰਾਤ ਲਾਲ ਕਿਲ੍ਹਾ ਕੰਪਲੈਕਸ ਵਿੱਚ ਇੱਕ ਅਲੌਕਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਸਾਡਾ ਦੇਸ਼ ਆਪਣੇ ਗੁਰੂਆਂ ਦੇ ਆਦਰਸ਼ਾਂ ਤੇ ਪੂਰੀ ਸ਼ਰਧਾ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇਸ਼ ਦੀ ਭਿੰਨਤਾ ਵਿੱਚ ਏਕਤਾ ਦਾ ਪ੍ਰਤੀਕ ਹੈ ਅਤੇ ਇਸ ਦੇ ਸਾਂਝੀਵਾਲਤਾ ਦੇ ਸੁਨੇਹੇ ਨੂੰ ਮੁੱਖ ਰੱਖ ਕੇ ਕੇਂਦਰ ਸਰਕਾਰ ਮਨੁੱਖਤਾ ਦੀ ਭਲਾਈ ਵਾਸਤੇ ਹਰ ਸੰਭਵ ਯਤਨ ਕਰ ਰਹੀ ਹੈ। ये भारत भूमि सिर्फ एक देश ही नहीं है, बल्कि हमारी महान विरासत है, महान परंपरा है। इसे हमारे ऋषियों, मुनियों, गुरुओं ने सैकड़ों हजारों सालों की तपस्या से सींचा है, उसके विचारों से समृद्ध किया है। इसी परंपरा के सम्मान के लिए, उसकी पहचान की रक्षा के लिए 10 गुरुओं ने अपना जीवन समर्पित कर दिया था। इसलिए साथियों, सैकड़ों काल की गुलामी से मुक्ति को, भारत की आजादी को, भारत की आध्यात्मिक और सांस्कृतिक यात्रा से अलग करके नहीं देखा जा सकता। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੇ ਸਿੱਖ ਗੁਰੂ ਧਾਮਾਂ ਨੂੰ ਜੋੜਨ ਵਾਸਤੇ ਇੱਕ ਸਿੱਖ ਸਰਕਟ ਤੇ ਕੰਮ ਕਰ ਰਹੀ ਹੈ। ਉਹਨਾਂ ਦੱਸਿਆ ਕਿ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਵਾਸਤੇ ਰੋਪਵੇ ਦਾ ਕੰਮ ਵੀ ਚੱਲ ਰਿਹਾ ਹੈ। मैं अपनी सरकार का सौभाग्य मानता हूं कि उसे गुरुओं की सेवा के लिए इतना कुछ करने का अवसर मिल रहा है। पिछले वर्ष ही हमारी सरकार ने साहिबजादों के महान बलिदान की स्मृति में 26 दिसंबर को वीर बाल दिवस मनाने का निर्णय किया है। सिख परंपरा के तीर्थों को जोड़ने के लिए भी हमारी सरकार निरंतर प्रयास कर रही है। जिस करतारपुर साहिब कॉरिडोर की दशकों से प्रतीक्षा की जा रही थी, उसका निर्माण करके हमारी सरकार ने गुरु सेवा के लिए अपनी प्रतिबद्धता दिखाई है। हमारी सरकार ने पटना साहिब समेत गुरु गोविंद सिंह जी से जुड़े स्थानों पर रेल सुविधाओं का आधुनिकीकरण भी किया है। ਇਸ ਤੋਂ ਪਹਿਲਾਂ 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਨਮਾਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 400 ਰੁਪਏ ਦਾ ਇੱਕ ਯਾਦਗਾਰੀ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ਼੍ਰੀ ਪਟਨਾ ਸਾਹਿਬ ਅਤੇ ਹੋਰਨਾਂ ਧਾਰਮਿਕ ਸੰਸਥਾਵਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਹਰਜੋਤ ਸਿੰਘ ਬੈਂਸ ਨੇ ਪ੍ਰਧਾਨ ਮੰਤਰੀ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਤੀਰੂਪ ਭੇਂਟ ਕੀਤਾ।
ਇਹ 2 ਦਿਨਾਂ ਸਮਾਗਮ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲਾ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਲੜੀ ਵਜੋਂ ਆਯੋਜਿਤ ਕੀਤਾ ਗਿਆ ਅਤੇ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਦਰਸਾਉਣ ਤੇ ਕੇਂਦਰਿਤ ਸੀ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਲੜੀ ਵਿੱਚ ਪੰਜਾਬ ਵਿੱਚ ਵੱਖ-ਵੱਖ ਥਾਈਂ ਅੱਜ 5ਵੇਂ ਦਿਨ ਵੀ ਬਲਾਕ ਪੱਧਰ ਤੇ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਗਿਆ। ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਮੰਡੀ ਸਥਿਤ ਸਿਵਲ ਹਸਪਤਾਲ ਵਿੱਚ ਅੱਜ ਇੱਕ ਬਲਾਕ ਪੱਧਰੀ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਅਨਿਲ ਗੋਇਲ ਨੇ ਦੱਸਿਆ ਕਿ ਹੈਲਥ ਮੇਲੇ ਵਿੱਚ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਦਾ ਮੁਫਤ ਇਲਾਜ ਕੀਤਾ। ਉਨ੍ਹਾਂ ਕਿਹਾ ਕਿ ਕਰੀਬ 100 ਵਿਅਕਤੀਆਂ ਨੂੰ ਐਨਕਾਂ, 15 ਔਰਤਾਂ ਨੂੰ ਦੰਦਾਂ ਦੇ ਪੀੜ, ਵੀਲ ਚੇਅਰ, ਤੁਰਨ ਲਈ ਖੂੰਡੀਆਂ ਤੇ 25 ਔਰਤਾਂ ਨੂੰ ਸਿਹਤਮੰਦ ਖੁਰਾਕ ਸੰਬੰਧੀ ਥੈਲੀਆਂ ਮੁਫਤ ਵੰਡੀਆਂ ਗਈਆਂ। ਇਸ ਦੌਰਾਨ ਮਰੀਜ਼ਾਂ ਦੇ ਐਕਸ-ਰੇ ਤੇ ECG ਵੀ ਕੀਤੇ ਗਏ ਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਵੱਖ-ਵੱਖ ਮਹਿਕਮਿਆਂ ਨੇ ਕੈਂਪ ਲਗਾ ਕੇ ਆਪਣੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਤੋਂ ਇਲਾਵਾ ਅੰਗਹੀਣਾਂ ਦੇ ਕਾਰਡ ਬਣਾਏ ਗਏ ਤੇ ਬਜ਼ੁਰਗਾਂ ਦੇ ਪੈਨਸ਼ਨ ਕਾਰਡ ਭਰਵਾਏ ਗਏ। ਇਸ ਦੌਰਾਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਗਮਾਂ ਦੀ ਲੜੀ ਵਿੱਚ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਵਿਖੇ ਸਰਕਾਰੀ ਹਸਪਤਾਲ ਵਿੱਚ ਸਿਹਤ ਮਹਿਕਮੇ ਵੱਲੋਂ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਲੰਬੀ ਤੋਂ ਵਿਧਾਨਕਾਰ ਗੁਰਮੀਤ ਸਿੰਘ ਖੁੱਡੀਆਂ ਨੇ ਮੇਲੇ ਦੀ ਪ੍ਰਧਾਨਗੀ ਕੀਤੀ। ਸਿਵਲ ਸਰਜਨ ਡਾਕਟਰ ਰੰਜੂ ਸਿੰਗਲਾ ਨੇ ਦੱਸਿਆ ਕਿ ਸਿਹਤ ਮੇਲੇ ਵਿੱਚ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਨੇ ਲੋਕਾਂ ਦੀ ਸਿਹਤ ਦੀ ਜਾਂਚ ਮੁਫਤ ਕੀਤੀ ਅਤੇ ਜ਼ਰੂਰਤਮੰਦਾਂ ਦੇ ਟੈਸਟ ਅਤੇ ਐਕਸ-ਰੇ ਕਰਨ ਮਗਰੋਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਜ਼ਰੂਰਤਮੰਦ ਲਾਭਪਾਤਰੀਆਂ ਦੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ ਅਤੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ। ਮੇਲੇ ਵਿੱਚ ਪੋਸ਼ਣ ਅਭਿਆਨ, ਫਿਟ ਇੰਡੀਆ ਅਤੇ 108 ਐਂਬੂਲੈਂਸ ਸੇਵਾ ਦੇ ਸਟਾਲ ਵੀ ਲਗਾਏ ਗਏ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਦੇ ਡਾਇਰੈਕਟਰ ਜਨਰਲ ਪੁਲਿਸ ਉੱਤੇ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮ ਰਹਿਣ ਅਤੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਖਤ ਲਿਖਿਆ ਹੈ। ਇਸ ਖਤ ਵਿੱਚ ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਸੂਬੇ ਵਿੱਚ ਪੁਲਿਸ ਦਾ ਸਿਆਸੀਕਰਨ ਹੋ ਗਿਆ ਹੈ। ਪਿਛਲੇ 1 ਮਹੀਨੇ ਤੋਂ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜੀ ਹੈ ਅਤੇ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਹਾਲਾਤ ਸੁਧਾਰਨ ਦੀ ਬਜਾਏ ਪੁਲਿਸ ਸਿਆਸੀ ਬਦਲਾਖੋਰੀ ਵਿੱਚ ਲੱਗੀ ਹੋਈ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ। ਅੱਜ ਧਰਤੀ ਦਿਵਸ ਹੈ। ਇਹ ਦਿਨ ਲੋਕਾਂ ਨੂੰ ਵਾਤਾਵਰਣ ਬਚਾਉਣ ਅਤੇ ਜ਼ਮੀਨ ਤੇ ਹਰਿਆਲੀ ਵਧਾਉਣ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਹਰ ਮਨੁੱਖ ਨੂੰ ਵਾਤਾਵਰਣ ਦੀ ਰੱਖਿਆ ਕਰਨ ਵਿੱਚ ਜੁਟਣ ਦੀ ਸਲਾਹ ਦਿੰਦੇ ਨੇ। ਇੱਕ ਰਿਪੋਰਟ। ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੁਤਾਬਕ ਅੱਜ ਹਵਾ, ਪਾਣੀ ਤੇ ਧਰਤੀ ਤਿੰਨਾਂ ਤੇ ਬਣਿਆ ਸੰਕਟ ਵੱਡੀ ਚਿੰਤਾ ਦਾ ਵਿਸ਼ਾ ਹੈ। ਅੱਜ ਵਿਸ਼ਵ ਜਿਹੜਾ ਹੈ ਉਹਦੇ ਵਿੱਚ ਵਾਤਾਵਰਣ ਦਾ ਜਿਹੜਾ ਹੈ ਹਵਾ, ਪਾਣੀ ਤੇ ਧਰਤੀ, ਇਹ ਤਿੰਨਾਂ ਦੇ ਉੱਤੇ ਸੰਕਟ ਆ। ਵਾਤਾਵਰਣ ਪੋਲਿਊਟ ਹੋ ਰਿਹਾ, ਸਾਡਾ ਟੈਂਪਰੇਚਰ ਵਧ ਰਿਹਾ ਤੇ ਜਿਹੜੀ ਪਾਣੀ ਆ ਉਹ ਪ੍ਰਦੂਸ਼ਿਤ ਹੋ ਰਿਹਾ ਤੇ ਜਿਹੜੇ ਪਾਣੀ ਮੁੱਕ ਵੀ ਰਹੇ ਆ, ਪਾਣੀ ਸੁੱਕ ਵੀ ਰਹੇ ਆ। ਸੋ ਅੱਜ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ। ਪੰਜਾਬ ਦੇ ਵਿੱਚ ਤੀਸਰੀ ਲੇਅਰ ਦਾ ਪਾਣੀ ਅਸੀਂ ਪੀ ਰਹੇ ਹਾਂ ਤੇ ਸਾਡੀ ਜਿਹੜੀ ਸਦੀਆਂ ਤੋਂ ਜਿਹੜੀ ਸਾਡੀ ਸਟੋਰੇਜ ਸੀ ਜਾਂ ਕਹਿ ਲਓ ਕਿ ਫਿਕਸ ਸਾਡਾ ਡਿਪੋਜ਼ਿਟ ਸੀ, ਉਹ ਅਸੀਂ ਜਿਹੜਾ ਹੈਗਾ ਖਤਮ ਕਰ ਰਹੇ ਹਾਂ ਤੇ 17 ਸਾਲ ਤੋਂ ਮਗਰੋਂ ਅਸੀਂ ਪਾਣੀ ਕਿੱਥੋਂ ਪੀਣਾ, ਖੇਤੀ ਕਾਹਨਾਂ ਕਰਨੀ ਹੈ। ਸਾਡਾ ਇਹ ਜਿਹੜਾ 33% ਜੰਗਲ ਚਾਹੀਦਾ ਉਹ 5% ਦੇ ਕਰੀਬ ਆ, ਉਹ ਅਸੀਂ ਕਿੱਦਾਂ ਵਧਾਉਣਾ। ਇਹ ਸਾਰੀ ਕਿਉਂਕਿ ਜੰਗਲ ਜਿਹੜਾ ਹੈ ਦਰਖਤ ਆ, ਇਹ ਦੇਵਤੇ ਆ ਸਾਖਸ਼ਾਤ, ਇਹ ਸੰਗਾਰ ਆ ਧਰਤੀ ਮਾਂ ਦਾ। ਧਰਤੀ ਨੂੰ ਆਪਣੀ ਮਾਂ ਮੁਤਾਬਕ ਹੀ ਸਨਮਾਨ ਦੇਣਾ ਚਾਹੀਦਾ ਹੈ, ਇਹ ਮੰਨਣਾ ਹੈ ਪਦਮ ਸ਼੍ਰੀ ਸੰਤ ਬਾਬਾ ਸੀਚੇਵਾਲ ਦਾ। ਮਹਿਸੂਸ ਕਰੀਏ ਵੀ ਧਰਤੀ ਸਾਡੀ ਮਾਂ ਹੈ ਤੇ ਜੋ ਬਿਹੇਵ ਇੱਕ ਸਾਊ ਪੁੱਤ ਦਾ ਆਪਣੀ ਮਾਂ ਦੇ ਨਾਲ ਉਹ ਕਰਨਾ ਚਾਹੀਦਾ, ਉਹ ਬਿਹੇਵ ਮਨੁੱਖ ਨੂੰ ਉਸ ਧਰਤੀ ਮਾਂ ਨਾਲ ਕਰਨਾ ਚਾਹੀਦਾ। ਤੇ ਪਾਣੀ ਨੂੰ ਪਿਤਾ ਕਿਹਾ ਤੇ ਹਵਾ ਨੂੰ ਗੁਰੂ ਕਿਹਾ ਪਾਤਸ਼ਾਹ ਨੇ। ਤੇ ਇਹ ਅਦਬ ਸਤਿਕਾਰ ਸਨਮਾਨ ਅਸੀਂ এনवायरमेंट ਨੂੰ ਦਈਏ ਤੇ ਖੇਲੇ ਸਗਲ ਜਗਤ, ਸਾਰਾ ਸੰਸਾਰ ਸੁਖੀ ਬਚ ਸਕਦਾ। ਮੌਜੂਦਾ ਸਮੇਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਿਖਾਏ ਰਾਹ ਤੇ ਚੱਲਣ ਦੀ ਸਲਾਹ ਉਹ ਸਾਰਿਆਂ ਨੂੰ ਦਿੰਦੇ ਨੇ। ਜੇ ਇਹ ਸੰਕਟ ਦੇ ਵਿੱਚੋਂ ਅਸੀਂ ਨਿਕਲਣਾ, ਇਹ ਤੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਵਚਨ ਜਿਹੜੇ ਹੈਗੇ ਆ ਕਿ ਜੇ ਜੋ ਹਵਾ, ਪਾਣੀ, ਧਰਤੀ ਹੈ,
ਇਹ ਅਸਲ ਜਿਹੜੇ ਹੈਗੇ ਆ ਸਾਡੇ ਸਤਿਕਾਰਤ ਆ। ਜੇ ਸਾਫ਼ ਸੁਥਰੇ ਰਹਿਣਗੇ ਅਸੀਂ ਵੀ ਤੰਦਰੁਸਤ ਰਵਾਂਗੇ, ਸਾਡੇ ਜਿਹੜੇ ਬੱਚੇ ਵੀ, ਸਾਡਾ ਭਵਿੱਖ ਵੀ ਸੁਰੱਖਿਅਤ ਰਹੂਗਾ। ਆਓ ਸਾਰੇ ਰਲ ਕੇ ਅਸੀਂ ਵੱਧ ਤੋਂ ਵੱਧ ਬੂਟੇ ਲਾਈਏ, ਹਵਾ ਪਾਣੀ ਤੇ ਧਰਤੀ ਨੂੰ ਜਿਸ ਤਰ੍ਹਾਂ ਬਚਾ ਸਕਦੇ ਆ, ਅੱਗਾਂ ਨਾ ਲਾਈਏ। ਜਿਸ ਤਰ੍ਹਾਂ ਹੁਣ ਕਣਕ ਦਾ ਸੀਜ਼ਨ ਆ, ਫਿਰ ਅਸੀਂ ਝੋਨੇ ਨੂੰ ਇਹੋ ਜਿਹੀ ਬਿਜਾਈ ਕਰੀਏ ਜਿਹਦੇ ਨਾਲ ਸਾਡਾ ਪਾਣੀ ਵੀ ਬਚੇ ਤੇ ਧਰਤੀ ਦੀ ਉਪਜਾਊ ਸ਼ਕਤੀ ਦੇ ਉੱਤੇ ਜ਼ਹਿਰਾਂ ਨਾ ਛਿੜਕੀਏ। ਅਸੀਂ ਕੁਦਰਤੀ ਖੇਤੀ ਕਰੀਏ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਰਾਹ ਦੇ ਉੱਤੇ ਤੋਰਿਆ, ਉਸ ਰਾਹ ਤੇ ਚੱਲੀਏ। ਯਕੀਨਨ ਅੱਜ ਸਮੇਂ ਦੀ ਮੰਗ ਇਹੀ ਹੈ ਕਿ ਸਮਾਜ ਦੇ ਹਰ ਵਿਅਕਤੀ ਦਾ ਹੱਥ ਆਪਣੀ ਧਰਤੀ ਮਾਂ ਨੂੰ ਬਚਾਉਣ ਵੱਲ ਵਧੇ, ਤਾਂ ਜੋ ਸਾਡੀ ਪੁਰਾਣੀ ਕੁਦਰਤੀ ਵਿਰਾਸਤ ਵੀ ਸੰਭਲੀ ਰਹੇ ਤੇ ਭਵਿੱਖ ਲਈ ਵੀ ਹਰਿਆਵਲ ਪੈਦਾ ਹੋਵੇ। शिशु शर्मा शांतल, दूरदर्शन समाचार, जलंधर। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਬਾਰੇ ਵਿੱਚ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਮਾਸਟਰ ਦਾ ਸੂਰਿਆ ਸੈਨ ਅਤੇ ਸੁਤੰਤਰਤਾ ਸੈਨਾਨੀ ਬਿਸ਼ੰਬਰ ਦਿਆਲ ਬਾਰੇ ਜਾਣਕਾਰੀ ਦੇ ਰਹੇ ਹਾਂ। 22 ਅਪ੍ਰੈਲ 1930 ਨੂੰ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਆਂ ਨੇ ਚਟਗਾਂਵ ਦੇ ਨੇੜੇ ਜਲਾਲਾਬਾਦ ਦੀਆਂ ਪਹਾੜੀਆਂ ਵਿੱਚ ਬਰਤਾਨਵੀ ਸੈਨਾ ਨਾਲ ਜ਼ਬਰਦਸਤ ਮੋਰਚਾ ਲਿਆ। ਇਸ ਮਿਥਕ ਨੂੰ ਤੋੜਦੇ ਹੋਏ ਕਿ ਬਰਤਾਨਵੀ ਸੈਨਾ ਅਜੇਤੂ ਏ, ਮਾਸਟਰ ਦਾ ਸੂਰਿਆ ਸੈਨ ਨੇ ਆਪਣੇ ਕ੍ਰਾਂਤੀਕਾਰੀਆਂ ਦੀ ਟੀਮ ਨਾਲ ਆਪਣੇ ਗ੍ਰਹਿ ਨਗਰ ਨੂੰ ਬਰਤਾਨਵੀ ਸ਼ਾਸਨ ਤੋਂ ਆਜ਼ਾਦ ਕਰਵਾ ਲਿਆ। 18 ਅਪ੍ਰੈਲ 1930 ਦੀ ਰਾਤ ਨੂੰ ਸੂਰਿਆ ਸੈਨ ਤੇ ਉਹਨਾਂ ਦੀ ਇੰਡੀਅਨ ਰਿਪਬਲਿਕਨ ਆਰਮੀ ਨੇ ਆਪਣੇ ਗ੍ਰਹਿ ਨਗਰ ਚਟਗਾਂਵ ਵਿੱਚ ਬਰਤਾਨਵੀ ਟਿਕਾਣਿਆਂ ਉੱਪਰ ਹਮਲਾ ਕਰ ਦਿੱਤਾ ਤੇ ਉਹਨਾਂ ਤੇ ਕਬਜ਼ਾ ਕਰ ਲਿਆ। ਚਟਗਾਂਵ ਵਿੱਚ ਬਰਤਾਨਵੀ ਪ੍ਰਸ਼ਾਸਨ ਤਕਰੀਬਨ ਠੱਪ ਹੋ ਗਿਆ। ਮਾਸਟਰ ਦਾ ਦੇ ਨਾਲ ਅਨੰਤ ਲਾਲ ਸਿੰਘ ਤੇ ਗਣੇਸ਼ ਘੋਸ਼ ਦੀ ਟੀਮ ਨੇ ਡਾਮਪਾਰਾ ਵਿੱਚ ਰਿਜ਼ਰਵ ਪੁਲਿਸ ਲਾਈਨ ਤੇ ਕਬਜ਼ਾ ਕਰ ਲਿਆ। ਦੂਜੇ ਪਾਸੇ ਅੰਬਿਕਾ ਚੱਕਰਵਰਤੀ ਦੀ ਅਗਵਾਈ ਵਾਲੀ ਟੀਮ ਅਤੇ ਇੱਕ ਮਹਿਲਾ ਕ੍ਰਾਂਤੀਕਾਰੀ ਪ੍ਰੀਤੀ ਲਤਾ ਵਾਡੇਦਾਰ ਨੇ ਟੈਲੀਗ੍ਰਾਫ ਤੇ ਟੈਲੀਫੋਨ ਦੀਆਂ ਲਾਈਨਾਂ ਕੱਟ ਦਿੱਤੀਆਂ। ਚਟਗਾਂਵ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਗਿਆ। ਯੁਵਾ ਜੁਗਾਂਤਰ ਮੈਂਬਰ ਲਾਲ ਮੋਹਨ ਸੇਨ ਦੀ ਅਗਵਾਈ ਵਿੱਚ ਟੀਮ ਨੇ ਨਾਂਗਲਕੋਟ ਰੇਲਵੇ ਲਾਈਨ ਦੀਆਂ ਪਟੜੀਆਂ ਉਖਾੜ ਦਿੱਤੀਆਂ ਤੇ ਬਰਤਾਨਵੀ ਸੈਨਾ ਵਾਸਤੇ ਕਿਸੇ ਵੀ ਪਾਸਿਓਂ ਮਦਦ ਪਹੁੰਚਣ ਦੀ ਉਮੀਦ ਖਤਮ ਕਰ ਦਿੱਤੀ। ਇਸ ਮਗਰੋਂ ਮਾਸਟਰ ਦਾ ਤੇ ਉਹਨਾਂ ਦੇ ਸਾਥੀ ਕ੍ਰਾਂਤੀਕਾਰੀ ਰਿਜ਼ਰਵ ਪੁਲਿਸ ਲਾਈਨ ਵਿੱਚ ਇਕੱਠੇ ਹੋਏ ਤੇ ਕ੍ਰਾਂਤੀਕਾਰੀ ਸਰਕਾਰ ਦੇ ਗਠਨ ਦਾ ਐਲਾਨ ਕਰਦੇ ਹੋਏ ਉਹਨਾਂ ਨੇ ਭਾਰਤੀ ਝੰਡਾ ਲਹਿਰਾਇਆ। ਇਸ ਤਰ੍ਹਾਂ ਚਟਗਾਂਵ ਬਰਤਾਨਵੀ ਰਾਜ ਤੋਂ ਮੁਕਤ ਹੋ ਗਿਆ ਸੀ, ਪਰ ਸਿਰਫ 4 ਦਿਨਾਂ ਵਾਸਤੇ। ਜਲਦੀ ਹੀ ਬਰਤਾਨਵੀ ਸਰਕਾਰ ਨੇ ਸੜਕੀ ਮਾਰਗ ਰਾਹੀਂ ਉੱਥੇ ਵਧੇਰੇ ਸੈਨਾ ਭੇਜੀ। ਜ਼ਬਰਦਸਤ ਲੜਾਈ ਵਿੱਚ ਹਰਗੋਪਾਲ ਬਿੱਦੂ ਭੱਟਾਚਾਰਿਆ, ਨਿਰਮਲ ਲਾਲਾ, ਨਰੇਸ਼ ਰਾਏ ਤੇ ਪ੍ਰਭਾਸ਼ ਬਾਲ ਸਮੇਤ ਕਈ ਕ੍ਰਾਂਤੀਕਾਰੀ ਮਾਰੇ ਗਏ। ਅੰਬਿਕਾ ਚੱਕਰਵਰਤੀ ਤੇ ਬਿਨੋਦ ਬਿਹਾਰੀ ਚੌਧਰੀ ਸਖਤ ਜ਼ਖਮੀ ਹੋ ਗਏ। ਜਨਰਲ ਲੋਕਨਾਥ ਨੇ ਇੱਕ ਜ਼ਖਮੀ ਸ਼ੇਰ ਵਾਂਗ ਦਹਾੜ ਲਗਾਈ ਤੇ ਆਪਣੇ ਸਾਥੀਆਂ ਨੂੰ ਲਲਕਾਰਿਆ, ਤਬ ਤੱਕ ਗੋਲੀਆਂ ਦਾਗੋ ਜਬ ਤੱਕ ਮਸ਼ੀਨ ਗਨ ਬਿਲਕੁਲ ਖਾਮੋਸ਼ ਨਾ ਹੋ ਜਾਏ। ਮਿੱਟੀ ਦੇ ਬਹਾਦਰ ਬੇਟਿਆਂ ਨੇ ਆਖਰੀ ਸਾਹ ਤੱਕ ਇੱਕ ਸਨਮਾਨਜਨਕ ਯੁੱਧ ਲੜਿਆ। ਕ੍ਰਾਂਤੀਕਾਰੀਆਂ ਦੀ ਇਹ ਗਾਥਾ ਮਸ਼ਹੂਰ ਸ਼ਾਇਰ फैज अहमद फैज ਦੇ ਸ਼ਬਦਾਂ ਵਿੱਚ कुछ इस तरह बयान की। जिस धज से कोई मकतल में गया वो शान सलामत रहती है, ये जान तो आनी जानी है, इस जान की कोई बात नहीं। 22 ਅਪ੍ਰੈਲ ਸੁਤੰਤਰਤਾ ਸੈਨਾਨੀ ਬਿਸ਼ੰਬਰ ਦਿਆਲ ਦੀ ਬਰਸੀ ਏ। ਉਹਨਾਂ ਦਾ ਦੇਹਾਂਤ 1931 ਵਿੱਚ ਹੋਇਆ ਸੀ। ਬਿਸ਼ੰਬਰ ਦਿਆਲ ਦਾ ਜਨਮ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ 1893 ਵਿੱਚ ਹੋਇਆ ਸੀ। ਸ਼ੁਰੂ ਵਿੱਚ ਹੀ ਉਹ ਦੇਸ਼ ਹਿੱਤ ਦੇ ਕਾਰਜਾਂ ਲਈ ਸਮਰਪਿਤ ਸਨ। ਇਹੀ ਕਾਰਨ ਸੀ ਕਿ ਉਹਨਾਂ ਨੇ ਵਿਆਹ ਵੀ ਨਹੀਂ ਕਰਵਾਇਆ। 19 ਸਾਲ ਦੀ ਯੁਵਾ ਅਵਸਥਾ ਵਿੱਚ ਬਿਸ਼ੰਬਰ ਮਾਤਰ ਭੂਮੀ ਨੂੰ ਅੰਗਰੇਜ਼ੀ ਦਾਸਤਾਂ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਵਾਸਤੇ ਕ੍ਰਾਂਤੀਕਾਰੀ ਸੁਤੰਤਰਤਾ ਅੰਦੋਲਨ ਨਾਲ ਜੁੜ ਗਏ। 1912 ਵਿੱਚ ਦਿੱਲੀ ਵਿਖੇ ਵਾਇਸਰਾਏ ਹੈਸਟਿੰਗਸ ਉੱਪਰ ਬੰਬ ਹਮਲੇ ਵਿੱਚ ਵੀ ਉਹ ਸ਼ਾਮਿਲ ਸਨ। ਇਸ ਘਟਨਾ ਵਜੋਂ ਬਿਸ਼ੰਬਰ ਬਰਤਾਨਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਆ ਗਏ।
ਇਸ ਮਗਰੋਂ ਬਿਸ਼ੰਬਰ ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਮੈਂਬਰ ਬਣ ਗਏ ਤੇ ਚੰਦਰ ਸ਼ੇਖਰ ਆਜ਼ਾਦ ਤੇ ਭਗਤ ਸਿੰਘ ਦੇ ਸੰਪਰਕ ਵਿੱਚ ਆਏ। ਇਸੇ ਦੌਰਾਨ ਚੰਦਰ ਸ਼ੇਖਰ ਆਜ਼ਾਦ ਨੇ ਬਿਸ਼ੰਬਰ ਦਇਆਲ ਕੋਲ ਜਾ ਕੇ ਉਹਨਾਂ ਤੋਂ ਬੰਬ ਬਣਾਉਣਾ ਤੇ ਹੋਰ ਗਤੀਵਿਧੀਆਂ ਸਿੱਖੀਆਂ। ਬਿਸ਼ੰਬਰ, ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਕੈਦ ਤੋਂ ਕੱਢਣ ਦੀ ਯੋਜਨਾ ਬਣਾ ਰਹੇ ਸਨ, ਪਰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਸਾਜ਼ਿਸ਼ ਮਾਮਲੇ ਵਿੱਚ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਉਹਨਾਂ ਨੂੰ ਕਠੋਰ ਯਾਤਨਾਵਾਂ ਦਿੱਤੀਆਂ ਗਈਆਂ। ਉਹ ਆਪਣੇ ਜ਼ਖਮਾਂ ਤੋਂ ਉਭਰ ਨਹੀਂ ਪਾਏ ਤੇ 22 ਅਪ੍ਰੈਲ 1931 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਭਾਰਤ ਮਾਂ ਦੇ ਇਸ ਬਹਾਦਰ ਪੁੱਤਰ ਬਿਸ਼ੰਬਰ ਦਇਆਲ ਨੂੰ ਭਾਵਭਿੰਨੀ ਸ਼ਰਧਾਂਜਲੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਅੱਜ ਚੰਡੀਗੜ੍ਹ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਵਿਧਾਨਕਾਰ ਪ੍ਰਤਾਪ ਸਿੰਘ ਬਾਜਵਾ ਨੇ ਮੁਲਾਕਾਤ ਕੀਤੀ। ਸਪੀਕਰ ਨੇ ਭਰੋਸਾ ਦਿੱਤਾ ਕਿ ਸੱਤਾ ਧਿਰ ਦੇ ਨਾਲ-ਨਾਲ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੀ ਲੋਕ ਹਿੱਤ ਸੰਬੰਧੀ ਮੁੱਦੇ ਚੁੱਕਣ ਲਈ ਨਿਰਪੱਖ ਅਤੇ ਢੁਕਵੇਂ ਮੌਕੇ ਦਿੱਤੇ ਜਾਣਗੇ। ਉਹਨਾਂ ਨੇ ਆਸ ਪ੍ਰਗਟਾਈ ਕਿ ਵਿਰੋਧੀ ਧਿਰ ਦੇ ਨੇਤਾ ਤੇ ਉਹਨਾਂ ਦੀ ਪਾਰਟੀ ਵਡੇਰੇ ਜਨਤਕ ਹਿੱਤਾਂ ਵਿੱਚ ਜਨਤਾ ਨਾਲ ਸੰਬੰਧਿਤ ਮੁੱਦਿਆਂ ਤੇ ਉਸਾਰੂ ਬਹਿਸ ਕਰਵਾਉਣ ਅਤੇ ਇਜਲਾਸ ਸਫਲਤਾ ਨਾਲ ਚਲਾਉਣ ਵਿੱਚ ਸਮਰਥਨ ਦੇਵੇਗੀ। ਹੁਸ਼ਿਆਰਪੁਰ ਲਾਗੇ ਖੜਕਾਂ ਸਥਿਤ ਸੀਮਾ ਸੁਰੱਖਿਆ ਬਲ ਦੇ ਸਿਖਲਾਈ ਕੇਂਦਰ ਵਿੱਚ ਨਵੇਂ ਜਵਾਨਾਂ ਦਾ ਪਾਸਿੰਗ ਆਊਟ ਪਰੇਡ ਅਤੇ ਸਹੁੰ ਚੁੱਕ ਸਮਾਗਮ ਅੱਜ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ 506 ਜਵਾਨ ਪਾਸ ਆਊਟ ਹੋਏ। ਸੀਮਾ ਸੁਰੱਖਿਆ ਬਲ ਵਿਸ਼ੇਸ਼ ਡਾਇਰੈਕਟਰ ਜਨਰਲ ਹੈੱਡਕੁਆਟਰ ਪੱਛਮੀ ਕਮਾਨ ਚੰਡੀਗੜ੍ਹ ਵਿੱਚ ਵਧੀਕ ਡਾਇਰੈਕਟਰ ਜਨਰਲ PV ਰਾਮਾ ਸ਼ਾਸਤਰੀ ਨੇ ਪਰੇਡ ਦਾ ਨਿਰੀਖਣ ਕੀਤਾ ਤੇ ਸਲਾਮੀ ਲਈ। ਉਹਨਾਂ ਵੱਖ-ਵੱਖ ਇੰਡੋਰ ਅਤੇ ਆਊਟਡੋਰ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਵੇਂ ਜਵਾਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ PV ਰਾਮਾ ਸ਼ਾਸਤਰੀ ਨੇ ਪਰੇਡ ਦੌਰਾਨ ਜਵਾਨਾਂ ਦੇ ਭਰੋਸੇ, ਕੌਸ਼ਲ ਅਤੇ ਤਾਲਮੇਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਪਰੇਡ ਮਗਰੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ ਜਵਾਨਾਂ ਨੇ ਆਪਣੇ ਲੋਕ ਨਾਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੇਸ਼ ਭਗਤੀ ਦੇ ਗੀਤਾਂ ਤੇ ਸਮੂਹਿਕ ਡਾਂਸ ਨੇ ਮੌਜੂਦ ਲੋਕਾਂ ਦਾ ਦਿਲ ਜਿੱਤ ਲਿਆ। ਸਮਾਗਮ ਵਿੱਚ ਬਲ ਦੇ ਇੰਸਪੈਕਟਰ ਜਨਰਲ ਆਸਿਫ ਜਲਾਲ ਅਤੇ ਸਿਖਲਾਈ ਕਮਾਂਡੈਂਟ SS ਮੰਡ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਅਮਰੀਕਾ ਦੇ 4 ਸੈਨੇਟਰ ਅਤੇ ਇੱਕ ਪ੍ਰਤੀਨਿਧ ਕਾਂਗਰਸਮੈਨ ਨੇ ਅੱਜ ਅੰਮ੍ਰਿਤਸਰ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਹਨਾਂ ਵਿੱਚ ਨਿਊਯਾਰਕ ਦੀ ਸੈਨੇਟਰ ਕ੍ਰਿਸਟਨ ਗਿਲੀਬ੍ਰਾਂਡ, ਨਿਊਜਰਸੀ ਦੇ ਸੈਨੇਟਰ ਕੋਰੀ ਬੁਕਰ, ਰੋਡ ਆਈਲੈਂਡ ਦੇ ਸੈਨੇਟਰ ਸ਼ੈਲਡਨ ਵਾਈਟ ਹਾਊਸ, ਐਰੀਜ਼ੋਨਾ ਦੇ ਸੈਨੇਟਰ ਮਾਰਕ ਕੇਲੀ ਅਤੇ ਪ੍ਰਤੀਨਿਧ ਕਾਂਗਰਸਮੈਨ ਮੈਂਡੇਅਰ ਜੌਨਸ ਸ਼ਾਮਲ ਸਨ। ਇਹਨਾਂ ਸੈਨੇਟਰਾਂ ਦੇ ਕੁਝ ਮੈਂਬਰ ਅਤੇ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਹ ਸਾਰੇ ਲੰਗਰ ਸ਼੍ਰੀ ਗੁਰੂ ਰਾਮਦਾਸ ਵਿਖੇ ਵੀ ਗਏ ਅਤੇ ਲੰਗਰ ਦੀ ਮਰਿਆਦਾ ਸੰਬੰਧੀ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਮੈਂ ਮਾਸਕ ਪਹਿਨ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ। ਬਾਹਰ ਜਾਣ ਲੱਗੇ ਤੁਸੀਂ ਵੀ ਮਾਸਕ ਜ਼ਰੂਰ ਪਹਿਨੋ। ਇਜਾਜ਼ਤ ਦਿਓ। ਨਮਸਕਾਰ।